सतनाम श्री वाहिगुरु साहिब जी। सतनाम श्री वाहिगुरु साहिब जी। डिंडाउत वंदन अनक बार सर्व कला समरथ। ढोलन दे राखो प्रभु नानक दे कर हथ। हर सो हीरा साड़िक है कर है आन की आस। ते नर दोजिक जाहेंगे सत भाखै रविदास। मेरी जात कमीनी पंत कमीनी ओ सा जन्म हमारा। तुम शरणागत राजा रामचंद्र कह रविदास चुमारा। परम सत्कारयोग सतगुਰਾਂ ਦੀ ਸਾਜੀ ਨੀਂਹ ਬਾਜੀ। गुरु प्यारी गुरु सवारी गुरु ਦਾ ਖਾਸ ਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਚੀਆਂ ਨੂੰ ਆਖਿਆ ਜਾਂਦਾ ਹੈ ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕੀਤਾ। ਸੋ ਵੱਡੇ ਭਾਗ ਨੇ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਆਓ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ, ਉਹਨਾਂ ਦੇ ਜੀਵਨ ਬਾਰੇ ਅੱਜ ਫਿਰ ਆਪਾਂ ਵਿਚਾਰ ਸਾਂਝੀ ਕਰੀਏ। ਕੱਲ ਆਪਾਂ ਸਮਾਪਤੀ ਦੀ ਵੱਲ ਵੱਧ ਗਏ ਸੀ। ਜਦੋਂ ਰਾਜੇ ਨਾਗਰਵਲ ਨੇ ਪੰਡਤਾਂ ਦੇ ਸਵਾਲ ਭਗਤ ਰਵਿਦਾਸ ਜੀ ਅੱਗੇ ਪੇਸ਼ ਕੀਤੇ ਤੇ ਭਗਤ ਰਵਿਦਾਸ ਜੀ ਨੇ ਬੜੀ ਸੋਹਣੇ ਢੰਗ ਤਰੀਕੇ ਦੇ ਨਾਲ ਪੰਡਤਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਤੇ ਉਹਨਾਂ ਨੂੰ ਸੰਤੁਸ਼ਟ ਕੀਤਾ ਆਪਣੇ ਜਵਾਬ ਦੇ ਕੇ। ਜਿੰਨੇ ਵੀ ਸਵਾਲ ਸੀ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਭਗਤ ਰਵਿਦਾਸ ਸਾਹਿਬ ਜੀ ਨੇ ਇੱਥੋਂ ਤੱਕ ਵੀ ਕਹਿਣਾ ਕੀਤਾ ਕਿ ਭਲਾ ਸੋਚੋ ਰਾਜਨ ਹੀ ਰਾਜਨ, ਜੇ ਅਸੀਂ ਕਾਂਸੀ ਦੇ ਵਿੱਚ ਜਨਮ ਨਾ ਲੈਂਦੇ, ਕਿਤੋਂ ਬਾਹਰੋਂ ਆਉਂਦੇ ਤਾਂ ਕੀ ਪਤਾ ਲੱਗਣਾ ਸੀ ਕਿ ਅਸੀਂ ਕੌਣ ਹੈ, ਕਿਸ ਜਾਤੀ ਦੇ ਨਾਲ ਸੰਬੰਧ ਰੱਖਦੇ ਹਾਂ। ਪੰਜ ਤੱਤ ਦਾ ਸਰੀਰ, ਕਿਸੇ ਦਾ ਗੋਰਾ ਰੰਗ ਹੈ, ਕਿਸੇ ਦਾ ਕਾਲਾ ਹੈ, ਤੇ ਜਾਤ ਦੇ ਨਾਲ ਸਰੀਰ ਦਾ ਭਗਤ ਰਵਿਦਾਸ ਸਾਹਿਬ ਕਹਿੰਦੇ ਕੋਈ ਸੰਬੰਧ ਨਹੀਂ। ਖੱਤਰੀ ਤੇ ਬ੍ਰਾਹਮਣ ਵੀ ਕਾਲੇ ਹੁੰਦੇ ਨੇ ਤੇ ਕੁਕਰਮ ਵੀ ਸ਼ੂਦਰਾਂ ਦੇ ਨਾਲੋਂ ਵੱਧ ਕਰਦੇ ਨੇ। ਪਰਮਾਤਮਾ ਜਿਸ ਬਾਲਕ ਨੂੰ ਜਨਮ ਦਿੰਦਾ ਹੈ ਉਸ ਦੇ ਮੱਥੇ ਦੇ ਉੱਤੇ ਜਾਤ ਗੋਤ ਨਹੀਂ ਲਿਖਦਾ ਪਰਮਾਤਮਾ। ਜਿਸ ਵੀ ਬੱਚੇ ਨੂੰ ਜਨਮ ਦਿੰਦਾ ਹੈ ਪਰਮਾਤਮਾ, ਉਹਦੇ ਮੱਥੇ ਦੇ ਉੱਤੇ ਜਾਤ ਗੋਤ ਨਹੀਂ ਲਿਖਦਾ। ਜਾਂ ਤਾਂ ਪੰਡਤ ਇਸ ਪ੍ਰਥਾਏ ਕੋਈ ਸਬੂਤ ਦੇਣ
ਤੇ ਭਗਤ ਰਵਿਦਾਸ ਸਾਹਿਬ ਜੀ ਨੇ ਆਪਣੀ ਵਚਨ ਉਚਾਰਨ ਕੀਤੇ, ਬਾਣੀ ਉਚਾਰਨ ਕੀਤੀ ਸਾਧ ਸੰਗਤ ਜੀ, ਜੋ ਕਿ ਰਾਗ ਕੇਦਾਰਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1124 ਅੰਗ ਤੇ ਇਹ ਭਗਤ ਰਵਿਦਾਸ ਸਾਹਿਬ ਜੀ ਦੇ ਵਚਨ ਦਰਜ ਨੇ। ਭਗਤ ਰਵਿਦਾਸ ਸਾਹਿਬ ਕਹਿੰਦੇ, ਖਟ ਕਰਮ ਕੁਲ ਸੰਯੁਕਤ ਹੈ, ਹਰ ਭਗਤ ਹਿਰਦੈ ਨਾਹੀ। ਚਰਨਾਰ ਬਿੰਦ ਨਾ ਕਥਾ ਭਾਵੈ, ਸੋ ਪਚ ਤੁਲ ਸਮਾਨ। ਰੇ ਚਿਤ ਚੇਤ ਅਚੇਤ ਅਚੇਤ, ਕਾਹੇ ਨਾਮ ਵਾਲਮੀਕਹਿ ਦੇਖ। ਕਿਸ ਜਾਤਿ ਕਹਿ ਪਦੈ ਅਮਰਿਓ, ਰਾਮ ਭਗਤ ਬਸੇਖ ਰਹਾਓ। ਉਹਨਾਂ ਪੰਡਤਾਂ ਦੇ ਅੱਗੇ ਭਗਤ ਰਵਿਦਾਸ ਸਾਹਿਬ ਜੀ ਨੇ ਆਪਣੀ ਇਹ ਬਾਣੀ ਉਚਾਰਨ ਕੀਤੀ, ਜੋ ਕਿ ਸਤਿਗੁਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਨੂੰ ਥਾਂ ਦਿੱਤੀ ਹੈ। ਇਹਨਾਂ ਬਚਨਾਂ ਦਾ ਭਾਵ ਸੀ, ਭਗਤ ਰਵਿਦਾਸ ਜੀ ਰਾਜੇ ਨੂੰ ਕਹਿਣ ਲੱਗੇ, ਹੇ ਰਾਜਨ, ਸਮਝਣ ਵਾਲੀ ਗੱਲ ਇਹ ਹੈ ਕਿ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ, ਭਾਵ ਦਿਲੋਂ ਪਰਮਾਤਮਾ ਦੇ ਨਾਲ ਪਿਆਰ ਕੀਤੇ ਬਗੈਰ ਹਰ ਮਨੁੱਖ ਠੀਕ ਹੈ, ਭਾਵੇਂ ਉਹ ਸੇ ਤਰ੍ਹਾਂ ਦੇ ਕਰਮ ਕਿਉਂ ਨਾ ਕਰਦਾ ਹੋਵੇ। ਹਰ ਮਨੁੱਖ ਨੂੰ ਚਾਹੀਦਾ ਕਿ ਈਸ਼ਵਰ ਪਰਮਾਤਮਾ ਦੀ ਭਗਤੀ ਕਰੇ, ਈਸ਼ਵਰ ਦੀ ਭਗਤੀ ਕਰੇ। ਹਰ ਮਨੁੱਖ ਨੂੰ ਚਾਹੀਦਾ ਹੈ, ਤੇ ਹਰ ਮਨੁੱਖ ਨੂੰ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ, ਚਾਹੇ ਬ੍ਰਾਹਮਣ ਹੋਵੇ, ਚਾਹੇ ਖੱਤਰੀ ਹੋਵੇ, ਚਾਹੇ ਸੂਦ ਹੋਵੇ, ਚਾਹੇ ਬੈਸ ਹੋਵੇ, ਚਾਰੇ ਵਰਨਾਂ ਦੇ ਲੋਕਾਂ ਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਹੱਕ ਹੈ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਦੀ ਬਚਨ ਨੇ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਅਧਿਕਾਰ ਹੈ, ਤੇ ਹਰ ਇੱਕ ਮਨੁੱਖ ਨੂੰ ਚਾਹੀਦਾ ਕਿ ਹਰੇਕ ਮਨੁੱਖ ਪਰਮਾਤਮਾ ਦੀ ਬੰਦਗੀ ਕਰੇ। ਜਨਮ ਜਾਤ ਦੇ ਬਲ ਜਾਓ, ਜੇ ਜਾਤ ਬਲ ਵੇਖਣਾ ਹੋਵੇ ਤਾਂ ਭਗਤ ਰਵਿਦਾਸ ਜੀ ਕਹਿੰਦੇ, ਵਾਲਮੀਕ ਦੱਸੋ ਕਿਹੜੀ ਕੁਲ ਦੇ ਵਿੱਚੋਂ ਸੀ, ਕਿਹੜੀ ਜਾਤ ਵਿੱਚ ਪੈਦਾ ਹੋਇਆ। ਕਾਹੇ ਨਾਮ ਵਾਲਮੀਕੈ ਦੇਖ, ਕਿਸ ਜਾਤ ਕਿਹ ਪਦੈ ਅਮਰਿਓ, ਰਾਮ ਭਗਤ ਬਸੇਖ। ਕਹਿੰਦੇ ਜੀ, ਜਾਤ ਜਨਮ ਵੱਲ ਜਾਓ ਤਾਂ ਵਾਲਮੀਕ ਦੱਸੋ ਕਿਹੜੀ ਉੱਚੀ ਕੁਲ ਦੇ ਵਿੱਚੋਂ ਸੀ। ਤੇ ਜਿਸ ਨੇ ਸ੍ਰੀ ਰਾਮ ਚੰਦਰ ਜੀ ਦੀ ਰਾਮਾਇਣ ਲਿਖੀ, ਵਾਲਮੀਕੀ ਜੀ ਨੇ, ਜਨਮ ਭਾਵੇਂ ਛੋਟੇ ਘਰਾਣੇ ਦੇ ਵਿੱਚ ਹੋਇਆ, ਛੋਟੇ ਪਰਿਵਾਰ ਦੇ ਵਿੱਚ ਹੋਇਆ, ਰਾਮ ਨਾਮ ਦੇ ਸਿਮਰਨ ਕਰਕੇ ਹੀ ਵਾਲਮੀਕ ਉੱਚਾ ਹੋਇਆ, ਜੇ ਉਹ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਿਆ ਹੈ। ਇੱਕ ਪੁਰਸ਼ ਕਹਿੰਦੇ ਕੁੱਤੇ ਮਾਰਿਆ ਕਰਦਾ ਸੀ, ਜਿਹੜਾ ਵਾਲਮੀਕ ਸੀ ਨਾ, ਕਹਿੰਦੇ ਕੁੱਤਿਆਂ ਦਾ ਬਹੁਤ ਬੈਰੀ ਸੀ। ਸਵਾਨ 70 ਆਜ਼ਾਤ ਸਬਤੀ, ਕ੍ਰਿਸ਼ਨ ਲਾਵੈ ਹੇਤ। ਵਾਲਮੀਕ ਕੁੱਤੇ ਬਹੁਤ ਕੁੱਟਦਾ ਸੀ, ਕੁੱਤਿਆਂ ਨੂੰ ਮਾਰਿਆ ਕਰਦਾ ਸੀ, ਪਰ ਕਿਉਂਕਿ ਸ੍ਰੀ ਕ੍ਰਿਸ਼ਨ ਦੇ ਚਰਨਾਂ ਦਾ ਭੌਰਾ ਸੀ ਉਹ, ਇਸ ਕਰਕੇ ਉਹ ਸਤਿਕਾਰਿਆ ਗਿਆ, ਉੱਚਾ ਹੋ ਗਿਆ ਵਾਲਮੀਕ ਰਾਮ ਨਾਮ ਦੇ ਸਿਮਰਨ ਕਰਕੇ। ਪਿੰਗਲਾ ਅਜਾਮਲ ਵਰਗੇ ਅਨੇਕਾਂ ਨਾਮ ਸਿਮਰਨ ਕਰਕੇ ਤਰ ਗਏ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਅਜਾਮਲ ਪਿੰਗਲਾ ਲੁਭਤ ਕੁੰਚਰ ਗਏ, ਹਰ ਕੈ ਪਾਸ। ਪਿੰਗਲਾ ਅਜਾਮਲ ਵਰਗੇ ਅਨੇਕਾਂ ਨਾਮ ਸਿਮਰਨ ਕਰਨ ਵਾਲੇ ਤਰ ਗਏ,
ਈਸ਼ਵਰ ਸਭ ਦਾ ਉੱਚਾ ਅਸਥਾਨ ਬਣਾਉਂਦਾ ਹੈ, ਭਗਤ ਰਵਿਦਾਸ ਸਾਹਿਬ ਜੀ ਕਹਿੰਦੇ। ਸੋ ਹੀ ਰਾਜਨ, ਜਦੋਂ ਐਸੇ ਪੁਰਸ਼ ਤਰ ਗਏ, ਐਡੇ ਵੱਡੇ ਪਾਪੀ ਤਰ ਗਏ, ਤਾਂ ਅਸੀਂ ਕਿਉਂ ਘਬਰਾਉਂਦੇ ਹੋ? ਫਿਰ ਤੁਸੀਂ ਕਿਉਂ ਘਬਰਾਉਂਦੇ ਹੋ? ਚੰਗਾ ਹੈ ਕਿ ਪ੍ਰਮਾਤਮਾ ਭਗਤੀ ਕਰਨਾ, ਚੰਗਾ ਹੈ ਕਿ ਈਸ਼ਵਰ ਭਗਤੀ ਕਰਨਾ। ਇਹ ਬ੍ਰਾਹਮਣ ਤੇ ਜਾਤ ਪਾਤ ਦਾ ਖਿਆਲ ਛੱਡਦੇ ਨੇ ਸਾਰੇ ਬ੍ਰਾਹਮਣ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਕਬੀਰ ਜੀ ਦਾ ਬਚਨ ਚੇਤੇ ਕਰਨ ਤੇ ਇਹ ਭਗਤ ਰਵਿਦਾਸ ਜੀ ਕਹਿਣ ਲੱਗੇ, ਇਹ ਸਾਰੇ ਬ੍ਰਾਹਮਣ ਭਗਤ ਕਬੀਰ ਜੀ ਦਾ ਬਚਨ ਚੇਤੇ ਕਰਨ। ਜੇ ਬ੍ਰਾਹਮਣ ਉੱਚ ਕੁਲ ਦੇ ਹੁੰਦੇ ਤਾਂ ਇਹਨਾਂ ਦਾ ਜਨਮ ਇਹਨਾਂ ਬੱਚਿਆਂ ਦੇ ਵਾਂਗ ਹੁੰਦਾ ਜੋ ਸ਼ੂਦਰਾਂ ਦੇ ਬੱਚੇ ਨੇ। ਤੇ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਕਹਿੰਦੇ ਵੀ ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਨਾ, ਉਦੋਂ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਉਹ ਕਿਹੜੀ ਕੁਲ ਦੇ ਵਿੱਚ ਪੈਦਾ ਹੋ ਰਿਹਾ ਹੈ। ਤੇ ਭਗਤ ਕਬੀਰ ਸਾਹਿਬ ਦੇ ਵੀ ਬਚਨ ਨੇ ਵੀ ਹਰ ਇੱਕ ਮਨੁੱਖ ਦੇ ਵਿੱਚ ਇੱਕੋ ਜਿਹਾ ਖੂਨ ਵਹਿ ਰਿਹਾ ਹੈ, ਚਾਹੇ ਉਹ ਕਿਸੇ ਵੀ ਜਾਤੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ। ਸਾਰਿਆਂ ਦੀ ਸਰੀਰ ਵੀ ਬਣਤਰ ਵੀ ਇੱਕੋ ਜਿਹੀ ਹੈ, ਸਾਰਿਆਂ ਦੇ ਸਰੀਰਾਂ ਦੇ ਵਿੱਚ ਤੱਤ ਵੀ ਪੰਜ ਹੀ ਨੇ, ਕਿਸੇ ਉੱਚੀ ਕੁਲ ਵਾਲੇ ਦੇ ਵਿੱਚ ਵੱਧ ਘੱਟ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਆ। ਤੇ ਭਗਤ ਰਵਿਦਾਸ ਜੀ ਦੇ ਐਸੇ ਬਚਨ ਸੁਣ ਕੇ ਨਾਗਰ ਮਲ ਨੂੰ ਤਸੱਲੀ ਹੋ ਗਈ ਸਾਧ ਸੰਗਤ ਜੀ, ਵੀ ਭਗਤ ਰਵਿਦਾਸ ਸਾਹਿਬ ਜੀ ਸਹੀ ਕਹਿੰਦੇ ਨੇ, ਇਹ ਬ੍ਰਾਹਮਣ ਗਲਤ ਨੇ। ਪਰ ਈਰਖਾ ਕਰਨ ਵਾਲੇ ਬ੍ਰਾਹਮਣ ਹਜੇ ਵੀ ਬਹਿਸ ਕਰੀ ਜਾਣ ਵੀ ਇਹ ਸ਼ੂਦਰ ਹੈ, ਇਹ ਨੀਵੀਂ ਜਾਤੀ ਵਾਲਾ ਹੈ, ਹਜੇ ਵੀ ਬਹਿਸ ਕਰੀ ਜਾਣ ਸਾਧ ਸੰਗਤ ਜੀ। ਜੰਝੂ ਦੀ ਬਹਿਸ ਹੋਈ ਤਾਂ ਭਗਤ ਰਵਿਦਾਸ ਸਾਹਿਬ ਜੀ ਨੇ 4 ਯੁੱਗਾਂ ਦੇ ਜੰਝੂਆਂ ਦੀ ਬਾਬਤ ਫਿਰ ਉਹਨਾਂ ਦੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਬਚਨ ਉਚਾਰਨ ਕੀਤੇ। ਭਗਤ ਰਵਿਦਾਸ ਸਾਹਿਬ ਕਹਿੰਦੇ ਜੀ, ਇਹ ਕਹਿੰਦੇ ਤੁਸੀਂ ਜੰਝੂ ਪਾਉਨੇ ਹੋ, ਬ੍ਰਾਹਮਣਾਂ ਦਾ ਸੰਕਾ ਹੈ ਬ੍ਰਾਹਮਣਾਂ ਨੂੰ ਵੀ ਤੁਸੀਂ ਜੰਝੂ ਪਾਉਨੇ ਹੋ। ਸਤਜੁਗ ਦਾ ਜੰਝੂ ਸੀ ਉਹ ਸੋਨੇ ਦਾ ਸੀ। ਭਗਤ ਰਵਿਦਾਸ ਸਾਹਿਬ ਕਹਿੰਦੇ ਸਤਜੁਗ ਦੇ ਵਿੱਚ ਸੋਨੇ ਦਾ ਜੰਝੂ ਸੀ, ਤ੍ਰੇਤੇ ਦਾ ਚਾਂਦੀ ਦਾ ਸੀ, ਤੇ ਤਾਂਬੇ ਦਾ ਜਨੇਊ ਦੁਆਪਰ ਦੇ ਵਿੱਚ ਹੋਇਆ, ਤੇ ਕਲਯੁਗ ਦੇ ਵਿੱਚ ਸਿਰਫ ਸੂਤਰ ਦਾ ਜੰਝੂ ਹੈ। ਬਾਕੀ ਰਹੀ ਗੱਲ ਠਾਕੁਰਾਂ ਦੀ, ਭਗਤ ਰਵਿਦਾਸ ਸਾਹਿਬ ਕਹਿੰਦੇ ਹੀ ਰਾਜਨ, ਇਹ ਪੰਡਤ ਕਹਿ ਰਹੇ ਨੇ ਨਾ ਵੀ ਨਾਲੇ ਮੂਰਤੀ ਦੀ ਪੂਜਾ ਕਰਦਾ ਹੈ। ਭਗਤ ਰਵਿਦਾਸ ਕਹਿੰਦੇ ਮੈਂ ਮੂਰਤੀ ਪੂਜ ਕੇ ਨਹੀਂ, ਮੈਂ ਮੂਰਤੀ ਪੂਜ ਕੇ ਨਹੀਂ। ਹੇ ਰਾਜਨ, ਜੇ ਤੁਸੀਂ ਆਖਦੇ ਹੋ ਤਾਂ ਮੰਦਰ ਦੀਆਂ ਮੂਰਤੀਆਂ ਗੰਗਾ ਵਿੱਚ ਰੋੜ ਦਿੱਤੀਆਂ ਜਾਂਦੀਆਂ ਨੇ, ਰੋੜ ਦਿਆਂਗੇ ਗੰਗਾ ਦੇ ਵਿੱਚ। ਜੇ ਤੁਸੀਂ ਕਹੋਗੇ ਵੀ ਮੂਰਤੀ ਪੂਜ ਕੇ, ਮੈਂ ਮੂਰਤੀ ਪੂਜ ਕੇ ਨਹੀਂ। ਨਾਗਰਮਲ ਕਹਿਣ ਲੱਗਿਆ, ਪਰ ਆਪਨੇ ਇਹ ਰੱਖੀਆਂ ਕਿਉਂ ਨੇ? ਜੇ ਮੂਰਤੀ ਪੂਜ ਕੇ ਨਹੀਂ, ਫਿਰ ਆਪਨੇ ਮੰਦਰ ਦੇ ਵਿੱਚ ਮੂਰਤੀਆਂ ਰੱਖੀਆਂ ਕਾਹਤੋਂ ਨੇ? ਇਹ ਕੀ ਭੇਦ ਹੈ? ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਕਿ ਰਾਜਨ, ਇਹ ਕੀ ਭੇਦ ਹੈ? ਆਤਮਿਕ ਮੰਡਲ ਦਾ ਭੇਦ ਹੈ। ਭਗਤੀ ਕਰਮ ਦਾ ਵਸੀਲਾ ਹੈ।
ਤੇ ਫਿਰ ਭਗਤ ਰਵਿਦਾਸ ਸਾਹਿਬ ਜੀ ਨੇ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਨਾ ਬਾਣੀ ਉਚਾਰਨ ਕੀਤੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਭਗਤ ਰਵਿਦਾਸ ਸਾਹਿਬ ਕਹਿੰਦੇ, ਫਲ ਕਾਰਨ ਫੂਲੀ ਬਨ ਰਹਾਈ, ਫਲ ਲਾਗਾ ਤਬ ਫੂਲ ਬਿਲਾਈ, ਗਿਆਨ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮਹਿ ਨਾਸ, ਕ੍ਰਿਤ ਕਾਰਨ ਦਦ ਮਥੈ ਸਿਆਨ, ਜੀਵਤਾ ਮੁਕਤਾ ਸਦਾ ਨਿਰਵਾਨ, ਕਹਿ ਰਵਿਦਾਸ ਪਰਮ ਬੈਰਾਗ, ਹਿਰਦੈ ਰਾਮ ਕੀ ਨਾ ਜਪਸ ਅਭਾਗ। ਇਹਨਾਂ ਸਵਾਲਾਂ ਦੇ ਜਵਾਬ ਦੇਣ ਵਾਸਤੇ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ, ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਬਚਨ। ਇਹ ਬਚਨ ਦਰਜ ਨੇ, ਇਹ ਬਚਨ 1167 ਅੰਗ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਇਹਨਾਂ ਬਚਨਾਂ ਦਾ ਭਾਵ ਸੀ ਭਗਤ ਰਵਿਦਾਸ ਸਾਹਿਬ ਜੀ ਜਵਾਬ ਦੇ ਰਹੇ ਨੇ ਉਹਨਾਂ ਸਵਾਲਾਂ ਦਾ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਫਲ ਕਾਰਨ ਫੁੱਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਭਗਤ ਜੀ ਕਹਿਣ ਲੱਗੇ, ਹੀ ਰਾਜਨ, ਆਪ ਜੀ ਸਿਆਣੇ ਹੋ ਨਾ, ਸਮਝਦਾਰ ਹੋ ਆਪ ਜੀ, ਤਾਂ ਆਪ ਸਿਆਣੇ ਹੋ, ਆ ਪਰਮਾਤਮਾ ਦੀ ਵਨਸਪਤੀ ਦੇ ਵੱਲ ਵੇਖੋ। ਜੋ ਬਨਸਪਤੀ ਹੈ ਪਰਮਾਤਮਾ ਨੇ ਪੈਦਾ ਕੀਤੀ ਹੈ, ਇਹਦੇ ਵੱਲ ਵੇਖ ਪਹਿਲਾਂ। ਭਗਤ ਜੀ ਕਹਿੰਦੇ, ਪਹਿਲਾਂ ਦੇਖੋ, ਜਿਹੜਾ ਕੋਈ ਦਰਖਤ ਹੁੰਦਾ ਹੈ, ਪੌਦਾ ਹੁੰਦਾ ਹੈ, ਫਲਦਾਰ ਪੌਦਾ ਕਹਿ ਲਓ, ਪਹਿਲਾਂ ਫੁੱਲ ਲੱਗਦੇ ਨੇ ਉਸ ਪੌਦੇ ਨੂੰ, ਪਹਿਲਾਂ ਫੁੱਲ ਲੱਗਦੇ ਨੇ ਨਾ, ਫਲ ਲਾਗਾ ਤਾਂ ਫੂਲ ਬਣਾਏ। ਪਹਿਲਾਂ ਫਲਦਾਰ ਪੌਦੇ ਨੂੰ ਫੁੱਲ ਲੱਗਦੇ ਨੇ, ਫੁੱਲ ਦੇ ਪਿੱਛੇ ਜਦ ਫਲ ਦੀ ਡੋਡੀ ਬਣ ਜਾਂਦੀ ਹੈ ਤਾਂ ਉਹ ਫੁੱਲ ਝੜ ਜਾਂਦੇ ਨੇ। ਆਪਾਂ ਵੇਖਦੇ ਹਾਂ ਨਾ, ਪਹਿਲਾਂ ਫੁੱਲ ਹੁੰਦਾ ਹੈ, ਫੁੱਲ ਦੇ ਪਿੱਛੇ ਡੋਡੀ ਜੀ ਬਣ ਜਾਂਦੀ ਹੈ, ਜਿਹੜਾ ਫੁੱਲ ਹੁੰਦਾ ਉਹ ਝੜ ਜਾਂਦਾ, ਇਹਦੇ ਪੱਤਰੇ ਝੜ ਜਾਂਦੇ ਨੇ, ਕੱਲੀ ਡੋਡੀ ਜੀ ਰਹਿ ਜਾਂਦੀ ਹੈ। ਫਿਰ ਉਹਨਾਂ ਦੀ ਲੋੜ ਨਹੀਂ ਰਹਿੰਦੀ ਫੁੱਲਾਂ ਦੀ, ਜਦੋਂ ਡੋਡੀ ਬਣ ਗਈ, ਫਲ ਬਣ ਗਿਆ ਜਦੋਂ, ਫਿਰ ਇਕੱਲਾ ਫਲ ਰਹਿ ਜਾਂਦਾ ਹੈ ਪੌਦੇ ਦੇ ਨਾਲ। ਹੇ ਰਾਜਨ, ਇਸੇ ਤਰ੍ਹਾਂ ਭਗਤੀ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਪਹਿਲਾ ਕਰਮ ਹੁੰਦਾ ਹੈ। ਭਗਤੀ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਪਹਿਲਾ ਕਰਮ ਹੁੰਦਾ ਹੈ, ਭਾਵ ਭਗਵਾਨ ਦੇ ਵੱਲ ਧਿਆਨ ਲਾਉਣ ਲਈ ਕੋਈ ਨਾ ਕੋਈ ਭਗਵਾਨ ਦਾ ਚਿੰਨ੍ਹ ਰੱਖਿਆ ਜਾਂਦਾ ਹੈ। ਭਗਵਾਨ ਨੂੰ ਉਹਦੇ ਆਪਣਾ ਸਮਝਣ ਵਾਸਤੇ, ਨੇੜੇ ਸਮਝਣ ਵਾਸਤੇ, ਉਹਦੇ ਨਾਲ ਧਿਆਨ ਜੋੜਨ ਵਾਸਤੇ ਭਗਵਾਨ ਦਾ ਕੋਈ ਨਾ ਕੋਈ ਚਿੰਨ੍ਹ ਰੱਖਿਆ ਜਾਂਦਾ ਹੈ। ਜਦੋਂ ਚਿੰਨ੍ਹ ਰੱਖੇ ਤੋਂ ਮਨ ਟਿਕਾਓ ਦੇ ਵਿੱਚ ਆ ਜਾਂਦਾ ਹੈ। ਜਦੋਂ ਮਨ ਟਿਕ ਜਾਂਦਾ ਹੈ ਤਾਂ ਫਿਰ ਉਹ ਮੂਰਤੀ, ਉਹ ਚਿੰਨ੍ਹ ਪਾਸੇ ਹੋ ਜਾਂਦਾ ਹੈ, ਕਰਮ ਦਾ ਨਾਸ ਹੋ ਜਾਂਦਾ ਹੈ, ਗਿਆਨ ਪ੍ਰਾਪਤ ਹੋ ਜਾਂਦਾ ਹੈ ਉਦੋਂ ਫਿਰ ਮਨੁੱਖ ਨੂੰ। ਜਿਵੇਂ ਪਹਿਲਾਂ ਬੱਚਾ ਹੁੰਦਾ ਨਾ, ਛੋਟਾ ਬਚਪਨ ਦੇ ਵਿੱਚ, ਭਗਤ ਰਵਿਦਾਸ ਸਾਹਿਬ ਜੀ ਉਦਾਹਰਨ ਦੇ ਕੇ ਸਮਝਾਉਂਦੇ ਨੇ। ਕਹਿੰਦੇ ਜਦੋਂ ਛੋਟਾ ਬੱਚਾ ਹੁੰਦਾ ਹੈ, ਪਹਿਲਾਂ ਉਹਦਾ ਪਿਆਰ ਹੁੰਦਾ ਨਾ ਜਿਹੜਾ, ਉਹ ਖਿਡੌਣਿਆਂ ਦੇ ਨਾਲ ਹੁੰਦਾ ਹੈ। ਬੱਚਾ ਖੇਡਦਾ ਖਿਡੌਣਿਆਂ ਦੇ ਨਾਲ, ਉਹਦਾ ਪਿਆਰ ਹੁੰਦਾ, ਉਹਦੀ ਪ੍ਰੀਤ ਕਰਦਾ ਖਿਡੌਣਿਆਂ ਦੇ ਨਾਲ।
ਤੇ ਹਰ ਵੇਲੇ ਖੇਡਦਾ ਰਹਿੰਦਾ ਖਿਡੌਣਿਆਂ ਦੇ ਨਾਲ। ਪਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਹੈ ਨਾ, ਉਸਨੂੰ ਗਿਆਨ ਹੋ ਜਾਂਦਾ ਹੈ, ਤਾਂ ਫਿਰ ਖਿਡੌਣਿਆਂ ਦੀ ਥਾਂ ਤੇ ਉਹ ਅਸਲ ਚੀਜ਼ਾਂ ਦੇ ਨਾਲ ਖੇਡਣ ਲੱਗ ਜਾਂਦਾ ਹੈ। ਅਸਲ ਚੀਜ਼ਾਂ ਦੇ ਨਾਲ। ਛੋਟਾ ਬੱਚਾ ਟਰੈਕਟਰ ਚਲਾਉਂਦਾ ਨਾ, ਜਦੋਂ ਵੱਡਾ ਹੋ ਜਾਂਦਾ, ਗਿਆਨ ਹੋ ਜਾਂਦਾ, ਫਿਰ ਉਹ ਖਿਡੌਣੇ ਪਾਸੇ ਹੋ ਜਾਂਦੇ ਨੇ ਤੇ ਅਸਲ ਚੀਜ਼ਾਂ ਨੂੰ ਚਲਾਉਣ ਲੱਗ ਪੈਂਦਾ। ਟਰੈਕਟਰ ਚਲਾਉਣ ਲੱਗ ਪੈਂਦਾ ਹੈ ਅਸਲ ਟਰੈਕਟਰ, ਜਦੋਂ ਵੱਡਾ ਹੋ ਜਾਂਦਾ ਹੈ। ਘਿਓ ਕੱਢਣ ਵਾਸਤੇ ਦੁੱਧ ਦਹੀਂ ਨੂੰ ਰਿੜਕਿਆ ਜਾਂਦਾ ਹੈ, ਦੁੱਧ ਨੂੰ ਤਿਆਰ ਕੀਤਾ ਜਾਂਦਾ ਹੈ, ਦਹੀਂ ਨੂੰ ਰਿੜਕਿਆ ਜਾਂਦਾ ਹੈ। ਸੋ ਇਹ ਰਾਜਨ, ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਕੋਈ ਮੂਰਤੀ ਪੂਜਕ ਨਹੀਂ, ਅਸੀਂ ਮੂਰਤੀ ਨੂੰ ਪੂਜਣ ਵਾਲੇ ਨਹੀਂ। ਇਹ ਤਾਂ ਇੱਕ ਪਰੰਪਰਾ ਹੀ ਚਲੀ ਆ ਰਹੀ ਹੈ, ਇੱਕ ਮਰਿਆਦਾ ਸੀ ਕਿ ਮੰਦਰ ਦੇ ਵਿੱਚ ਮੂਰਤੀ ਰੱਖਣਾ ਹੈ, ਤੇ ਕੱਲ ਤੋਂ ਸਭ ਗੰਗਾ ਦੇ ਵਿੱਚ ਪ੍ਰਵਾਹ ਕਰ ਦਿੱਤੀਆਂ ਜਾਣਗੀਆਂ। ਜੇ ਕੋਈ ਹੋਰ ਸ਼ੰਕਾ ਹੈ ਤੁਹਾਡੀ, ਭਗਤ ਰਵਿਦਾਸ ਜੀ ਕਹਿ ਲੇਗੀ ਤਾਂ ਦੱਸੋ, ਇਹਨਾਂ ਬ੍ਰਾਹਮਣਾਂ ਨੂੰ ਪੁੱਛ ਲਓ ਜੇ ਇਹਨਾਂ ਦੀ ਕੋਈ ਸ਼ੰਕਾ ਹੈ ਹੋਰ। ਇਹ ਮੂਰਤੀ ਪੂਜਾ ਕਹਿੰਦੇ ਨੇ ਨਾ ਮੂਜਕ, ਕੱਲ ਨੂੰ ਗੰਗਾ ਦੇ ਵਿੱਚ ਰੁੜ ਦਿਆਂਗੇ ਸਾਰੀਆਂ ਮੂਰਤੀਆਂ, ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ। ਇਹਨਾਂ ਨੂੰ ਹੋਰ ਪੁੱਛ ਲਓ ਜੇ ਇਹਨਾਂ ਦੀ ਕੋਈ ਹੋਰ ਸ਼ੰਕਾ ਹੈ, ਜੰਜੂ ਦੀ ਸ਼ੰਕਾ ਦੂਰ ਹੋ ਗਈ, ਮੂਰਤੀ ਪੂਜਾ ਦੀ ਸ਼ੰਕਾ ਇਹਨਾਂ ਦੀ ਦੂਰ ਹੋ ਗਈ, ਤੇ ਪੁੱਛ ਲਓ ਇਹਨਾਂ ਨੂੰ। ਪਰਮਾਤਮਾ ਦੀ ਕਿਰਪਾ ਦੇ ਨਾਲ ਹਰ ਗੱਲੋਂ ਭਗਤ ਜੀ ਨੇ ਬ੍ਰਾਹਮਣਾਂ ਨੂੰ ਝੂਠਿਆਂ ਕਰ ਦਿੱਤਾ, ਸਾਧ ਸੰਗਤ ਜੀ, ਉਹਨਾਂ ਜਾਤ ਅਭਿਮਾਨੀਆਂ ਨੂੰ। ਉਹ ਸ਼ਰਮਿੰਦੇ ਹੋਏ ਭਗਤ ਰਵਿਦਾਸ ਜੀ ਦੇ ਜੱਗ ਦੇ ਵਿੱਚ ਸ਼ਾਮਲ ਹੋ ਗਏ, ਸਾਧ ਸੰਗਤ ਜੀ। ਨਾਲੇ ਬਸ਼ਰਮੀ ਹੋਈ ਤੇ ਨਾਲੇ ਜੱਗ ਦੇ ਵਿੱਚ ਸ਼ਾਮਲ ਹੋਣਾ ਪਿਆ। ਉਸੇ ਦਿਨ ਤੋਂ ਹੀ ਜਦੋਂ ਵਾਪਸ ਆਪਣੇ ਮੰਦਰ ਆਏ ਭਗਤ ਰਵਿਦਾਸ ਸਾਹਿਬ ਜੀ, ਤਾਂ ਹੁਕਮ ਕਰਕੇ ਸਭ ਮੂਰਤੀਆਂ ਗੰਗਾ ਜਲ ਪ੍ਰਵਾਹ ਕਰ ਦਿੱਤੀਆਂ, ਸਾਧ ਸੰਗਤ ਜੀ। ਤੇ ਮੰਦਰ ਦੇ ਵਿੱਚ ਕੀਰਤਨ ਹੀ ਪ੍ਰਦਾਨ ਕਰ ਦਿੱਤਾ, ਤੇ ਆਪ 2 ਵੇਲੇ ਸਤ ਸੰਗਤ ਕਰਦੇ, ਤੇ ਸਤ ਸੰਗਤ ਵਿੱਚ ਵਾਹਿਗੁਰੂ ਦਾ ਜਸ ਗਾਇਆ ਜਾਂਦਾ। ਤੇ ਭਗਤ ਰਵਿਦਾਸ ਭਗਤ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੇ ਗੁਰਮੁਖ ਪਿਆਰੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਤੇ ਆਪਣਾ ਜੀਵਨ ਸਫਲ ਕਰਦੇ, ਸਾਧ ਸੰਗਤ ਜੀ। ਤੇ ਭਗਤ ਉਹ ਰਵਿਦਾਸ ਜੀ ਦਾ ਉਪਦੇਸ਼ ਕੀ ਸੀ? ਕੀ ਉਪਦੇਸ਼ ਹੈ ਸਾਧ ਸੰਗਤ ਜੀ ਭਗਤ ਰਵਿਦਾਸ ਸਾਹਿਬ ਜੀ ਦਾ? ਕਹਿੰਦੇ ਇੱਕ ਵਾਰ ਨਾ ਭਗਤ ਰਵਿਦਾਸ ਜੀ ਦੇ ਪਾਸ ਇੱਕ ਬ੍ਰਾਹਮਣ ਆ ਗਿਆ। ਆਇਆ ਤਾਂ ਉਹ ਕਹਿੰਦੇ ਆਪਣੀ ਜੁੱਤੀ ਨੂੰ ਟੋਪਾ ਲਵਾਉਣ ਵਾਸਤੇ ਸੀ, ਗੰਢਾਉਣ ਵਾਸਤੇ ਆਇਆ ਸੀ ਜੁੱਤੀ ਨੂੰ। ਤੇ ਭਗਤ ਰਵਿਦਾਸ ਜੀ ਨੇ ਵੇਖਿਆ ਕਿ ਉਹ ਉੱਚ ਕੁੱਲ, ਉੱਚੀ ਕੁੱਲ ਦੇ ਵਿੱਚੋਂ ਤੇ ਸੁੰਦਰ ਸਰੀਰ ਤੇ ਨਵੇਂ ਪਾਏ ਕੱਪੜਿਆਂ ਦਾ, ਆਪਣੇ ਤਨ ਤੇ ਪਾਏ ਸੋਹਣੇ ਕੱਪੜਿਆਂ ਦਾ ਮਾਣ ਕਰੇ, ਹੰਕਾਰ ਕਰਦਾ ਸੀ ਆਪਣੇ ਸੋਹਣੇ ਸਰੀਰ ਦਾ ਤੇ ਨਵੇਂ ਪਾਏ ਕੱਪੜਿਆਂ ਦਾ ਤੇ ਆਪਣੀ ਉੱਚੀ ਕੁੱਲ ਦਾ। ਤੇ ਉਸ ਸੰਗੀ ਨਾ ਭਗਤ ਰਵਿਦਾਸ ਸਾਹਿਬ ਜੀ ਤੋਂ ਦੂਰ ਦੂਰ ਰਹੇ ਤੇ ਨੇੜੇ ਨਾ ਜਾਵੇ ਉਹ ਬ੍ਰਾਹਮਣ, ਤੇ ਚਮੜੇ ਤੋਂ ਘਿਰ ਨਾ ਕਰੇ। ਜਦੋਂ ਭਗਤ ਰਵਿਦਾਸ ਸਾਹਿਬ ਦੇ ਨਾਲ ਬੋਲਿਆ ਕਰੇ ਤੇ ਰੋਹਬ ਦੇ ਨਾਲ ਗੱਲ ਕਰਿਆ ਕਰੇ। ਤੇ ਉਸ ਸਮੇਂ ਨਾ ਸਾਧ ਸੰਗਤ ਜੀ ਭਗਤ ਰਵਿਦਾਸ ਸਾਹਿਬ ਉਹਦੀ ਜੁੱਤੀ ਗੰਢੀ ਗਏ, ਤੇ ਉਸ ਸਮੇਂ 2 ਭਗਤ ਰਵਿਦਾਸ ਜੀ ਦੇ ਸ਼ਰਧਾਲੂ ਆ ਗਏ। ਉਹਨਾਂ ਨੇ ਨਮਸਕਾਰ ਕੀਤੀ ਭਗਤ ਰਵਿਦਾਸ ਸਾਹਿਬ ਜੀ ਨੂੰ, ਕਹਿਣ ਲੱਗੇ, ਹੇ ਭਗਤ ਜੀ, ਆਪ ਜੀ ਦੀ ਬਹੁਤ ਕਿਰਪਾ ਹੈ ਤੇ ਸਾਡੇ ਸਾਰੇ ਦੁੱਖ ਦੂਰ ਹੋ ਗਏ, ਸਾਡਾ ਮਨ ਵੀ ਸ਼ਾਂਤ ਹੋ ਗਿਆ
ਹਿਰਦੇ ਦੀ ਜਲਨ ਮਿਟ ਗਈ। ਆਪ ਜੀ ਤਾਂ ਸਦਾ ਹੀ ਪ੍ਰਤੱਖ ਰਾਮ ਰੂਪ ਹੋ। ਉਹਨਾਂ ਨੇ ਬਚਨ ਕਹੇ, ਸ਼ਰਧਾਲੂਆਂ ਨੇ ਆਪਣੀ ਸ਼ਰਧਾ ਭੇਟ ਕੀਤੀ ਤੇ ਸ਼ਰਧਾਲੂਆਂ ਦੀ ਜ਼ੁਬਾਨ ਤੋਂ ਇਹ ਬਚਨ ਸੁਣ ਕੇ ਨਾ ਜਿਹੜਾ ਕੋਲ ਬ੍ਰਾਹਮਣ ਖੜਾ ਸੀ ਉਹਨੂੰ ਬਹੁਤ ਗੁੱਸਾ ਆਇਆ। ਸਾਧ ਸੰਗਤ ਜੀ, ਉਹਨੂੰ ਗੁੱਸਾ ਲੱਗਿਆ ਤੇ ਉਹ ਬੋਲਿਆ ਕਿ ਕੈਸੇ ਨੀਚ ਪੁਰਸ਼ੋਂ ਤੁਸੀਂ ਇੱਕ ਜੁੱਤੀਆਂ ਗੰਢਣ ਵਾਲੇ ਦਾ ਸ੍ਰੀ ਰਾਮਚੰਦਰ ਦੇ ਨਾਲ ਮੁਕਾਬਲਾ ਕਰਦੇ ਹੋ। ਕਿੱਥੇ ਰਾਮਚੰਦਰ ਤੇ ਕਿੱਥੇ ਆਹ ਸ਼ੂਦਰ ਜੁੱਤੀਆਂ ਗੰਢਣ ਵਾਲਾ। ਐਸੇ ਸ਼ਬਦ ਬੋਲੇ, ਕੌੜੇ ਸ਼ਬਦ ਉਸ ਬ੍ਰਾਹਮਣ ਨੇ ਭਗਤ ਰਵਿਦਾਸ ਜੀ ਦੇ ਸ਼ਰਧਾਲੂਆਂ ਨੂੰ। ਸਾਧ ਸੰਗਤ ਜੀ, ਜਦੋਂ ਵੀ ਐਡੇ ਸ਼ਬਦ ਬੋਲੇ ਵੀ ਜੁੱਤੀਆਂ ਗੰਢਣ ਵਾਲੇ ਦੇ ਰਾਮਚੰਦਰ ਦੇ ਨਾਲ ਮੁਕਾਬਲਾ ਕਰਦੇ ਹੋ, ਐਸਾ ਕਿਵੇਂ ਹੋ ਸਕਦਾ? ਨੀਚ ਪੁਰਸ਼ ਵੱਡੇ ਛੋਟੇ ਦਾ ਖਿਆਲ ਵੀ ਨਹੀਂ ਕਰਦੇ। ਆ ਕੌੜੇ ਬਚਨ ਬੋਲਤੇ। ਬ੍ਰਾਹਮਣ ਦੀ ਇਹ ਹੰਕਾਰ ਭਰੀ ਗੱਲ ਸੁਣ ਕੇ ਨਾ ਤੇ ਉਹਨਾਂ ਸ਼ਰਧਾਲੂਆਂ ਨੂੰ ਵੀ ਗੁੱਸਾ ਆਇਆ। ਉਹਨਾਂ ਨੇ ਵੀ ਕਰੜਾ ਉੱਤਰ ਦਿੱਤਾ ਤੇ ਭਗਤ ਰਵਿਦਾਸ ਜੀ ਨੇ ਉਹਨਾਂ ਨੂੰ ਬੋਲਣ ਰੋਕਤਾ ਕਿ ਨਾ ਭਾਈ, ਪੰਡਤ ਜੀ ਠੀਕ ਕਹਿੰਦੇ ਨੇ ਭਾਈ, ਲੜਾਈ ਝਗੜਾ ਨਾ ਕਰੋ। ਇਹ ਪੰਡਤ ਲੋਕ ਸਹੀ ਕਹਿੰਦੇ ਨੇ, ਠੀਕ ਆਖਦੇ ਨੇ। ਮੈਂ ਤਾਂ ਇੱਕ ਗਰੀਬ ਚਮਾਰ, ਭਲਾ ਰਾਮਚੰਦਰ ਦੇ ਮੁਕਾਬਲੇ ਕਿਵੇਂ ਹੋ ਸਕਦਾ ਹੈ? ਦੇਖੋ ਕਿੰਨੀ ਨਿਮਰਤਾ ਭਗਤ ਰਵਿਦਾਸ ਸਾਹਿਬ ਦੇ ਵਿੱਚ। ਉਹ ਕਹਿੰਦੇ ਮੈਂ ਤਾਂ ਇੱਕ ਨੀਚ ਆ ਜੁੱਤੀਆਂ ਗੰਢਣ ਦਾ ਕੰਮ ਕਰਦਾ ਤੇ ਮੇਰਾ ਮੁਕਾਬਲਾ ਸ੍ਰੀ ਰਾਮਚੰਦਰ ਦੇ ਨਾਲ ਕਿਵੇਂ ਹੋ ਸਕਦਾ? ਇਹ ਪੰਡਤ ਜੀ ਠੀਕ ਕਹਿੰਦੇ ਨੇ, ਲੜਾਈ ਝਗੜਾ ਨਾ ਕਰੋ। ਰਾਮ ਤਾਂ ਮੇਰਾ ਮਾਲਕ ਹੈ, ਉਹ ਤਾਂ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਮੇਰਾ ਰਾਮ ਤਾਂ। ਤੇ ਭਗਤ ਜੀ ਆਪਣੇ ਰਾਮ ਦੇ ਨਾਲ ਨਾ ਸਾਧ ਸੰਗਤ ਜੀ ਉਸੇ ਵੇਲੇ ਜੁੱਤੀਆਂ ਗੰਢਦੇ ਗੰਢਦੇ ਇੱਕਮਿਕ ਹੋ ਗਏ। ਭਾਵ ਆਪਣਾ ਧਿਆਨ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੋੜ ਲਿਆ ਭਗਤ ਰਵਿਦਾਸ ਸਾਹਿਬ ਜੀ ਨੇ, ਤੇ ਧਿਆਨ ਪਰਮਾਤਮਾ ਦੇ ਨਾਲ ਜੁੜ ਗਿਆ ਤੇ ਹੱਥਾਂ ਦੇ ਨਾਲ ਜੁੱਤੀ ਵੀ ਗੰਢੀ ਜਾ ਰਹੇ ਨੇ, ਜੋੜਾ ਠੀਕ ਕਰੀ ਜਾਣ। ਜਿਹੜੇ ਹੱਥ ਨੇ ਉਹ ਕਾਰ ਵੱਲ ਚਲੇ ਗਏ ਤੇ ਚੇਤਾ ਜਾਰ ਵੱਲ ਚਲਿਆ ਗਿਆ। ਭਾਵ ਪਰਮਾਤਮਾ ਦੇ ਨਾਲ ਸੁੱਤ ਜੁੜ ਗਈ, ਧਿਆਨ ਜੁੜ ਗਿਆ ਭਗਤ ਰਵਿਦਾਸ ਸਾਹਿਬ ਜੀ ਦਾ। ਜਦੋਂ ਧਿਆਨ ਜੁੜ ਗਿਆ ਤੇ ਕੈਸਾ ਜੀਵਨ ਸੀ ਭਗਤ ਰਵਿਦਾਸ ਸਾਹਿਬ ਜੀ ਦਾ। ਸਾਧ ਸੰਗਤ ਜੀ, ਜਦੋਂ ਭਗਤ ਰਵਿਦਾਸ ਸਾਹਿਬ ਜੀ ਦਾ ਧਿਆਨ ਪਰਮਾਤਮਾ ਦੇ ਨਾਲ ਜੁੜ ਗਿਆ ਨਾ ਤੇ ਉਸ ਬ੍ਰਾਹਮਣ ਦਾ ਧਿਆਨ ਉਧਰ ਪਿਆ ਭਗਤ ਰਵਿਦਾਸ ਸਾਹਿਬ ਜੀ ਦੇ ਵੱਲ। ਤੇ ਉਸ ਬ੍ਰਾਹਮਣ ਨੇ ਕੀ ਵੇਖਿਆ, ਕੀ ਤੱਕਿਆ ਤੇ ਉਸਨੇ ਜਦੋਂ ਤੱਕਿਆ ਤੇ ਉਹ ਹੈਰਾਨ ਹੋ ਗਿਆ। ਉਹ ਬ੍ਰਾਹਮਣ ਜਿਹੜਾ ਕਹਿੰਦਾ ਸੀ ਵੀ ਕਿ ਇਹ ਸ਼ੂਦਰ ਹੈ, ਇਹਨਾਂ ਨੂੰ ਨੀਚਾਂ ਨੂੰ ਪਤਾ ਨਹੀਂ, ਉਹ ਹੈਰਾਨ ਹੋ ਗਿਆ। ਸਾਧ ਸੰਗਤ ਜੀ, ਉਹਦੀ ਨਿਗਾਹ ਜਦੋਂ ਉਹਨੇ ਦੇਖਿਆ ਤੇ ਉਹਨੂੰ ਇਉਂ ਲੱਗਿਆ ਜਿਵੇਂ ਸੱਚ ਹੀ ਧਨੁਸ਼ ਧਾਰੀ ਸ੍ਰੀ ਰਾਮਚੰਦਰ ਜੀ ਬੈਠੇ ਨੇ, ਸ੍ਰੀ ਰਾਮ ਜੀ ਬੈਠੇ ਨੇ, ਸ੍ਰੀ ਰਾਮ ਜੀ ਬੈਠੇ ਨੇ ਤੇ ਉਹ ਭੀਲੀਨ ਦੇ ਜੂਠੇ ਬੇਰ ਖਾ ਰਹੇ ਨੇ। ਇੰਜ ਪ੍ਰਤੀਤ ਹੋਇਆ ਉਸ ਬ੍ਰਾਹਮਣ ਨੂੰ। ਉਸਦੀ ਜ਼ਬਾਨ ਇੱਕਦਮ ਹੈਰਾਨੀ ਦੇ ਨਾਲ ਉਹਦੀ ਜ਼ਬਾਨ ਤੋਂ ਬਚਨ ਨਿਕਲਿਆ ਕਿ ਰਾਮ, ਹੇ ਰਾਮ, ਆ ਬਚਨ ਨਿਕਲੇ। ਤੇ ਸਾਧ ਸੰਗਤ ਜੀ, ਭਗਤ ਰਵਿਦਾਸ ਸਾਹਿਬ ਜੀ ਨੇ ਉਸ ਬ੍ਰਾਹਮਣ ਦਾ ਜੋੜਾ ਤਿਆਰ ਕੀਤਾ ਤੇ ਆਖਿਆ ਕਿ ਲਓ ਪੰਡਤ ਜੀ, ਇਹ ਤੁਸਾਂ ਦਾ ਜੋੜਾ ਇਹ ਤਿਆਰ ਹੋ ਗਿਆ ਤੇ ਇਹਨੂੰ ਪਾ ਕੇ ਵੇਖੋ, ਨਹੀਂ ਤਾਂ ਮੈਂ ਇਹਨੂੰ ਹੋਰ ਠੀਕ ਕਰ ਦੇਵਾਂਗਾ। ਜੇ ਤੁਹਾਡੇ ਕੋਈ ਮਾੜਾ ਮੋਟਾ ਹੋਰ ਨੁਕਸ ਹੋਇਆ ਇਹਦੇ ਵਿੱਚ ਤਾਂ ਬਾਅਦ ਵਿੱਚ ਹੋਰ ਠੀਕ ਕਰਦਾ ਕਿ ਕਿਹੜਾ ਪਾ ਕੇ ਦੇਖੋ। ਤੇ ਸਾਧ ਸੰਗਤ ਜੀ, ਉਸਨੇ ਜੋੜਾ ਜਦੋਂ ਬ੍ਰਾਹਮਣ ਦੀ ਸੁਰਤ ਠੀਕ ਹੋਈ ਨਾ ਤੇ ਉਹਨੇ ਜੋੜਾ ਪਾ ਲਿਆ
ਹੁਣ ਪੈਸੇ ਸੁੱਟ ਕੇ ਹੱਥ ਵਿੱਚ ਨਹੀਂ ਫੜਾਏ ਭਗਤ ਰਵਿਦਾਸ ਸਾਹਿਬ ਜੀ ਦੇ ਉਹ 2 ਪੈਸੇ, ਤੇ ਪੈਸੇ ਸੁੱਟ ਕੇ ਭੱਜ ਗਿਆ ਸਾਧ ਸੰਗਤ ਜੀ। ਉਹ ਬ੍ਰਾਹਮਣ ਸੀ ਨਾ, ਉਹਨੂੰ ਹੰਕਾਰ ਸੀ ਆਪਣੇ ਬ੍ਰਾਹਮਣ ਪੁਣੇਨ ਦਾ। ਉਸਦੇ ਜਾਣ ਦੇ ਪਿੱਛੋਂ ਉਸਦੇ ਮਨ ਦੀ ਦਸ਼ਾ ਨੂੰ ਅਨੁਭਵ ਕਰਕੇ ਭਗਤ ਰਵਿਦਾਸ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ। ਭਗਤ ਰਵਿਦਾਸ ਸਾਹਿਬ ਦੇ ਬਸੰਤ ਰਾਗ ਦੇ ਵਿੱਚ ਇਹ ਬਚਨ ਦਰਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਭਗਤ ਰਵਿਦਾਸ ਸਾਹਿਬ ਨੇ ਬਾਣੀ ਉਚਾਰਨ ਕੀਤੀ, ਤੁਝੇ ਸੋ ਜਨਤਾ ਕਸੋ ਨਾਹੀ, ਪਹਿਰਾਵਾ ਦੇਖੇ ਉਬਜਾਹੇ, गर्भवती का नाही ठाहो, तेरी गर्दन ऊपर लबै काओ। ये शब्द उस समय भगत रविदास साहब जी ने उचारण किए। साध संगत जी, इन्हां शब्दां दा भाव सी साध संगत जी। तो इत्थे अज आपां समाप्ति कर देंगे, कल तो फिर